ਅੱਜ ਇਸ ਤੂਰੀ ਵਜਾਉਣ ਦੇ ਪਰਵ ਤੇ ਆਓ ਅਸੀਂ ਉਪਦੇਸ਼ ਸਿਰਲੇਖ, ਪ੍ਰਾਇਸ਼ਚਿਤ ਦੀ ਬਲੀ ਅਤੇ ਬਲੀਦਾਨ ਦੁਆਰਾ ਪਰਮੇਸ਼ਵਰ ਦੀ ਸੱਚੀ ਇੱਛਾ ਸਮਝਣ ਦਾ ਕੁਝ ਸਮਾਂ ਲਈਏ। ਪਰਬਾਂ ਦੇ ਸਾਰੇ ਬਲੀਦਾਨ ਪ੍ਰਤੀਕ ਰੂਪ ਵਿੱਚ ਮਸੀਹ ਦੇ ਬਲੀਦਾਨ ਦੀ ਨੁਮਾਇੰਦਗੀ ਹਨ, ਜਿਨ੍ਹਾਂ ਨੇ ਮਨੁੱਖ ਜਾਤੀ ਨੂੰ ਸਲੀਬ ਦੁਆਰਾ ਪਾਪਾਂ ਤੋਂ ਮੁਕਤ ਕੀਤਾ। ਪਰਬਾਂ ਦਾ ਬਲੀਦਾਨ, ਸਬਤ ਦਾ ਬਲੀਦਾਨ ਅਤੇ ਪ੍ਰਾਇਸ਼ਚਿਤ ਲਈ ਭਿੰਨ-ਭਿੰਨ ਪ੍ਰਕਾਰ ਦੇ ਬਲੀਦਾਨ, ਕਿ ਉਹ ਸਾਰੇ ਮਸੀਹ ਦੇ ਬਲੀਦਾਨ ਦਾ ਪ੍ਰਤੀਕ ਨਹੀਂ ਹਨ? ਜਦੋਂ ਅਸੀਂ ਲੋਕਾਂ ਨੂੰ ਮਸੀਹ ਦੇ ਪਿਆਰ ਅਤੇ ਬਲੀਦਾਨ ਨੂੰ ਜੋ ਸਾਨੂੰ ਸੌਂਪ ਦਿੱਤਾ ਗਿਆ ਹੈ ਪਹੁੰਚਾਉਂਦੇ ਹਾਂ, ਫਿਰ ਖੁਸ਼ਖਬਰੀ ਪੂਰੇ ਵਿਸ਼ਵ ਵਿੱਚ ਪ੍ਰਚਾਰ ਕੀਤੀ ਜਾਵੇਗੀ। ਆਓ ਅਸੀਂ ਮੱਤੀ ਅਧਿਆਇ 20 ਵਿੱਚ ਇਸ ਦੀ ਪੁਸ਼ਟੀ ਕਰੀਏ। ਮੱਤੀ ਅਧਿਆਇ 20 ਵਚਨ 26। ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੋ ਕੋਈ ਤੁਹਾਡੇ ਵਿੱਚ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ, ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ। ਜਿਵੇਂ ਮਨੁੱਖ ਦਾ ਪੁੱਤਰ ਆਪਣੀ ਟਹਿਲ ਕਰਵਾਉਣ ਨਹੀਂ, ਸਗੋਂ ਟਹਿਲ ਕਰਨ ਅਤੇ ਕਿੰਨਾ ਕਰਕੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇ ਆਇਆ। ਜਦੋਂ ਕਿਸੇ ਵਿਅਕਤੀ ਨੂੰ ਦੂਸਰੇ ਦੇ ਪਾਪਾਂ ਲਈ ਬਲੀ ਕੀਤਾ ਜਾਂਦਾ ਹੈ, ਤਦ ਕੀ ਉਸ ਵਿਅਕਤੀ ਨੂੰ ਪ੍ਰਾਇਸ਼ਚਿਤ ਦੀ ਬਲੀ ਦੇ ਰੂਪ ਵਿੱਚ ਨਹੀਂ ਮੰਨਿਆ ਜਾਂਦਾ? ਇਹ ਉਹ ਰਾਹ ਹੈ ਜਿਸ ਉੱਤੇ ਯੀਸ਼ੂ ਚੱਲੇ ਜਦੋਂ ਉਹ ਇਸ ਧਰਤੀ ਉੱਤੇ ਆਏ। ਅਸੀਂ ਹੀ ਪਾਪ ਕੀਤਾ, ਪਰ ਉਹ ਪਰਮੇਸ਼ਵਰ ਸੀ ਜਿਨ੍ਹਾਂ ਨੇ ਸਾਡੇ ਪਾਪਾਂ ਕਰਕੇ ਸਲੀਬ ਉੱਤੇ ਦਰਦ ਸਹਿਆ। ਉਹਨਾਂ ਦਾ ਆਪਣੇ ਦੁਆਰਾ ਸਿਰਜੇ ਗਏ ਲੋਕਾਂ ਦੁਆਰਾ ਅਨਾਦਰ ਕੀਤਾ ਗਿਆ। ਉਹਨਾਂ ਨੇ ਸਾਡੇ ਪਾਪਾਂ ਕਰਕੇ ਬੁਰੀ ਤਰ੍ਹਾਂ ਕੋੜੇ ਖਾਧੇ ਅਤੇ ਸਾਡੇ ਪਾਪਾਂ ਕਰਕੇ ਬਰਛੀਆਂ ਨਾਲ ਵਿੰਨ ਦਿੱਤੇ ਗਏ ਸੀ। ਇਸੇ ਲਈ ਇਸ ਯੁੱਗ ਵਿੱਚ ਸਾਡੇ ਲਈ ਕੀਤੇ ਗਏ ਮਸੀਹ ਦੇ ਬਲੀਦਾਨ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਆਓ ਅਸੀਂ ਯਸ਼ਾਇਆ ਅਧਿਆਇ 53 ਆਇਤ 1 ਦੇਖੀਏ। ਸਾਡੇ ਪ੍ਰਚਾਰ ਦੀ ਕਿੰਨੇ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਪੂਜਾ ਕਿਹਦੇ ਉੱਤੇ ਪ੍ਰਗਟ ਹੋਈ। ਉਹ ਤਾਂ ਕੁੰਬਲ ਵਾਂਗੂ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗੂ ਫੁੱਟ ਨਿਕਲਿਆ। ਉਸ ਦਾ ਨਾ ਕੋਈ ਰੂਪ ਸੀ, ਨਾ ਕੋਈ ਸਰੂਪ ਸੀ, ਅਤੇ ਜਦ ਅਸੀਂ ਉਸ ਨੂੰ ਵੇਖੀਏ ਤਾਂ ਕੋਈ ਸੁਪਨ ਨਹੀਂ ਭਾਈ ਅਸੀਂ ਉਹਨੂੰ ਪਸੰਦ ਕਰੀਏ। ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂੰਹ ਲੁਕਾਉਂਦੇ। ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਵਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਇਸ ਭਵਿੱਖਬਾਣੀ ਦੇ ਜ਼ਰੀਏ ਪਰਮੇਸ਼ਵਰ ਸਾਨੂੰ ਮਸੀਹ ਦੇ ਸਰੂਪ ਬਾਰੇ ਜਾਣਨ ਦਿੰਦੇ ਹਨ, ਜੋ 700 ਸਾਲਾਂ ਬਾਅਦ ਆਉਣਗੇ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਾਰੇ ਦੁੱਖ ਅਤੇ ਦਰਦ ਜੋ ਮਸੀਹ ਨੇ ਚੁੱਕੇ ਸੀ, ਉਹ ਸਾਡੇ ਪਾਪਾਂ ਕਰਕੇ ਸੀ। ਇਸ ਲਈ ਪਹਿਲਾ ਯਹੂਨਾ ਦੀ ਕਿਤਾਬ ਕਹਿੰਦੀ ਹੈ, ਜੇ ਆਖੀਏ ਭਾਈ ਅਸਾਂ ਪਾਪ ਨਹੀਂ ਕੀਤਾ ਹੈ ਤਾਂ ਉਹਨੂੰ ਝੂਠਾ ਬਣਾਉਂਦੇ ਹਾਂ। ਸਾਨੂੰ ਮਸੀਹ ਦੁਆਰਾ ਦਿਖਾਏ ਗਏ ਪਿਆਰ ਦੇ ਉਦਾਹਰਨ ਦਾ ਪਾਲਨ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇੱਕ ਵਾਰ ਵਿੱਚ ਉਸ ਬਲੀਦਾਨ ਦੇ ਰਾਹ ਦੀ ਜਿਸ ਤੇ ਮਸੀਹ ਚੱਲੇ ਪਰਿਭਾਸ਼ਾ ਦੇਣਾ ਚਾਹੁੰਦੇ ਹਾਂ ਕਿ ਇਹ ਅਜਿਹਾ ਨਹੀਂ ਹੋਵੇਗਾ। ਪਰਮੇਸ਼ਵਰ ਦਾ ਪਵਿੱਤਰ ਅਤੇ ਮਹਾਨ ਪ੍ਰੇਮ, ਨਵਾਂ ਨੇਮ ਸਿਰਫ 21 ਦਿਨ ਵਿੱਚ ਸਥਾਪਿਤ ਨਹੀਂ ਕੀਤਾ ਗਿਆ ਸੀ। ਇਹ ਕਿਸੇ ਦੂਸਰੀ ਚੀਜ਼ ਤੋਂ ਨਹੀਂ, ਪਰ ਸਿਰਫ ਮਸੀਹ ਦੇ ਬਲੀਦਾਨ ਦੇ ਲਹੂ ਦੇ ਜ਼ਰੀਏ ਸਥਾਪਿਤ ਕੀਤੀ ਗਈ ਸੀ। ਕੀ ਨਵਾਂ ਨੇਮ ਉਹਨਾਂ ਦੀ ਮੌਤ ਦੁਆਰਾ ਸਥਾਪਿਤ ਨਹੀਂ ਕੀਤਾ ਗਿਆ? ਸਾਨੂੰ ਜੋ ਨਵੇਂ ਨੇਮ ਦੀ ਸੱਚਾਈ ਵਿੱਚ ਹਾਂ, ਮਸੀਹ ਨੇ ਕਿਹਾ, ਮੁਕਤੀ ਦੇ ਰਾਹ ਤੇ ਚੱਲਣ ਲਈ ਵਿਚਾਰਸ਼ੀਲ ਬਣੋ, ਇਕਜੁੱਟ ਰਹੋ ਅਤੇ ਇੱਕ ਦੂਸਰੇ ਨਾਲ ਪ੍ਰੇਮ ਕਰੋ। ਆਓ ਅਸੀਂ ਯਹੂਨਾ ਅਧਿਆਇ 13 ਦੁਆਰਾ ਇਸ ਦੀ ਪੁਸ਼ਟੀ ਕਰੀਏ। ਯਹੂਨਾ ਅਧਿਆਇ 13 ਵਚਨ 34। ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਕੀ ਕਰੋ? ਪਿਆਰ ਕਰੋ। ਫਿਰ ਅਗਲੇ ਵਚਨ ਵਿੱਚ ਉਹਨਾਂ ਨੇ ਸਮਝਾਇਆ
ਕਿ ਸਾਨੂੰ ਇੱਕ ਦੂਸਰੇ ਦੇ ਪ੍ਰਤੀ ਕਿੰਨਾ ਵਿਚਾਰਸ਼ੀਲ ਰਹਿਣਾ ਚਾਹੀਦਾ ਹੈ। ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਇੱਥੇ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਦਾ ਮਤਲਬ ਹੈ ਜਿਵੇਂ ਮੈਂ ਤੁਹਾਨੂੰ ਖੁਦ ਨੂੰ ਤੁਹਾਡੇ ਪ੍ਰਾਇਸ਼ਚਿਤ ਦੇ ਬਲੀ ਦੇ ਰੂਪ ਵਿੱਚ ਬਲੀਦਾਨ ਕਰਨ ਤੱਕ ਪਿਆਰ ਕੀਤਾ ਹੈ। ਕਿ ਉਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਸਾਨੂੰ ਸਿਓਨ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਉਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਵਚਨ 35, ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਾਈ ਤੁਸੀਂ ਮੇਰੇ ਚੇਲੇ ਹੋ। ਮਨ ਵਿੱਚ ਇਸ ਉਦੇਸ਼ ਨਾਲ ਪਰਮੇਸ਼ਵਰ ਨੇ ਸਾਨੂੰ ਨਵਾਂ ਨਿਯਮ ਦਿੱਤਾ ਹੈ ਕਿ ਇਹ ਨਵੇਂ ਨਿਯਮ ਦੀ ਸੱਚਾਈ ਨਹੀਂ ਹੈ। ਇਸ ਹੁਕਮ ਦੇ ਅਨੁਸਾਰ ਸਾਨੂੰ ਇੱਕ ਦੂਸਰੇ ਨਾਲ ਪਿਆਰ ਵੰਡਣਾ ਚਾਹੀਦਾ ਹੈ। ਆਓ ਅਸੀਂ ਰੋਮੀਆਂ ਅਧਿਆਇ 8 ਉੱਤੇ ਜਾਈਏ। ਅਧਿਆਇ 8 ਵਚਨ 35, ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਲੋਕ ਜੋ ਸਹੀ ਤਰ੍ਹਾਂ ਮਸੀਹ ਦੇ ਪਿਆਰ ਨੂੰ ਸਮਝਦੇ ਹਨ ਉਹ ਹਨ ਜੋ ਕਦੀ ਵੀ ਉਹਨਾਂ ਦੇ ਸਲੀਬ ਦੇ ਬਲੀਦਾਨ ਨੂੰ ਤੁੱਛ ਨਹੀਂ ਮੰਨਦੇ। ਜਿਵੇਂ ਕਿ ਇਹ ਲਿਖਿਆ ਗਿਆ ਹੈ, ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਬਿਪਤਾ ਜਾਂ ਕਸ਼ਟ ਜਾਂ ਹਨੇਰ ਜਾਂ ਕਾਲ ਜਾਂ ਨੰਗ ਜਾਂ ਭੋਜਲ ਜਾਂ ਤਲਵਾਰ? ਇਸ ਵਚਨ ਦੇ ਜ਼ਰੀਏ ਅਸੀਂ ਪੁਸ਼ਟੀ ਕਰ ਸਕਦੇ ਹਾਂ ਭਾਵੇਂ ਸਾਨੂੰ ਤਲਵਾਰ ਦਾ ਖਤਰਾ ਹੋਵੇ ਜਾਂ ਅਸੀਂ ਕਾਲ ਨਾਲ ਦੁਖੀ ਹੋਈਏ ਜਾਂ ਭਾਵੇਂ ਭਿੰਨ ਤਰ੍ਹਾਂ ਦੇ ਹਨੇਰੇ ਅਤੇ ਸੰਕਟ ਸਾਡੇ ਉੱਪਰ ਆਉਂਦੇ ਹੋਣ, ਇਹਨਾਂ ਵਿੱਚੋਂ ਇੱਕ ਵੀ ਸਾਨੂੰ ਕਦੀ ਮਸੀਹ ਦੇ ਪਿਆਰ ਤੋਂ ਅੱਡ ਨਹੀਂ ਕਰ ਸਕਦਾ। ਵਚਨ 36, ਜਿਵੇਂ ਲਿਖਿਆ ਹੋਇਆ ਹੈ, ਅਸੀਂ ਤੇਰੇ ਲਈ ਦਿਨ ਪਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁਲ ਗਿਣੇ ਜਾਂਦੇ ਹਾਂ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ। ਕਿਉਂ ਜੋ ਮੈਨੂੰ ਪ੍ਰਤੀਤ ਹੈ ਭਈ ਨਾ ਮੌਤ ਨਾ ਜੀਵਨ ਨਾ ਦੂਤ ਨਾ ਹਕੂਮਤਾਂ ਨਾ ਵਰਤਮਾਨ ਵਸਤਾਂ ਨਾ ਹੋਣ ਵਾਲੀਆਂ ਵਸਤਾਂ ਨਾ ਸ਼ਕਤੀਆਂ ਨਾ ਉਚਾਈ ਨਾ ਡੂੰਘਾਈ ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ਵਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯੀਸ਼ੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ। ਜਦੋਂ ਅਸੀਂ ਉਸ ਕੀਮਤੀ ਲਹੂ ਬਾਰੇ ਸੋਚਦੇ ਹਾਂ ਜਿਸ ਨੂੰ ਮਸੀਹ ਨੇ ਸਾਡੇ ਲਈ ਸਲੀਬ ਉੱਤੇ ਵਹਾਇਆ ਸੀ, ਸਾਨੂੰ ਖੁਦ ਨੂੰ ਪੁੱਛਣ ਦੀ ਲੋੜ ਹੈ ਕਿ ਕਿੰਨਾ ਕਰਕੇ ਉਹਨਾਂ ਨੇ ਉਹ ਸਾਰਾ ਦਰਦ ਅਤੇ ਅਪਮਾਨ ਝੇਲਿਆ। ਕਿ ਇਹ ਸਾਡੇ ਪਾਪ ਕਰਕੇ ਨਹੀਂ ਸੀ ਕਿ ਉਹਨਾਂ ਨੇ ਖੁਦ ਨੂੰ ਬਲੀਦਾਨ ਕੀਤਾ ਅਤੇ ਇਸ ਤਰ੍ਹਾਂ ਦੇ ਮਹਾਨ ਦਰਦ ਦਾ ਸਾਹਮਣਾ ਕੀਤਾ। ਇਸ ਲਈ ਅਸੀਂ ਵੀ ਖੁਸ਼ਖਬਰੀ ਦੇ ਇੱਕੋ ਜਿਹੇ ਹਾਲਾਤਾਂ ਦਾ ਸਾਹਮਣਾ ਕਰ ਸਕਦੇ ਹਾਂ। ਤੂਰੀ ਵਜਾਉਣ ਦੇ ਪਰਵ ਦੁਆਰਾ ਇਹ ਸੋਚਣ ਦੀ ਬਜਾਏ ਕਿਉਂਕਿ ਮੈਂ ਦੂਸਰਿਆਂ ਤੋਂ ਪਹਿਲਾਂ ਸੱਚਾਈ ਵਿੱਚ ਆਇਆ ਹਾਂ ਮੇਰੀ ਸੇਵਾ ਕੀਤੀ ਜਾਣੀ ਚਾਹੀਦੀ ਹੈ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਮਸੀਹ ਨੇ ਸਾਨੂੰ ਕਿਸ ਤਰ੍ਹਾਂ ਦਾ ਪਿਆਰ ਪ੍ਰਦਾਨ ਕੀਤਾ। ਕਿਉਂਕਿ ਮੈਂ ਸੱਚਾਈ ਵਿੱਚ ਪਹਿਲਾਂ ਬੁਲਾਇਆ ਗਿਆ ਤਦ ਮੈਂ ਸਿਓਨ ਦੇ ਪਰਿਵਾਰ ਦੇ ਮੈਂਬਰਾਂ ਲਈ ਕੀ ਕਰ ਸਕਦਾ ਹਾਂ। ਕਿ ਇਹ ਉਹਨਾਂ ਲੋਕਾਂ ਦੀ ਮਾਨਸਿਕਤਾ ਨਹੀਂ ਹੈ ਜਿਨ੍ਹਾਂ ਨੇ ਸੱਚਮੁੱਚ ਪ੍ਰਾਇਸ਼ਚਿਤ ਕੀਤਾ ਹੈ। ਰੋਮੀਆਂ ਅਧਿਆਇ 12 ਵਚਨ 10, ਪਰਪਨ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜਾ ਹਿੱਤ ਰੱਖੋ। ਆਦਰ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ? ਦੂਏ ਨੂੰ ਚੰਗਾ ਸਮਝੋ। ਸੰਸਾਰ ਵਿੱਚ ਇੱਕ ਅਧੀਨ ਵਿਅਕਤੀ ਆਪਣੇ ਸੀਨੀਅਰ ਸਟਾਫ ਦੀ ਸੇਵਾ ਕਰਦਾ ਹੈ, ਹਾਲਾਂਕਿ ਸੱਚਾਈ ਵਿੱਚ ਸਾਡੇ ਸਾਰਿਆਂ ਕੋਲ ਇੱਕ ਦੂਸਰੇ ਦੀ ਸੇਵਾ ਕਰਨ ਦਾ ਮਨ ਹੋਣਾ ਚਾਹੀਦਾ ਹੈ। ਆਓ ਅਸੀਂ ਵਚਨ 11 ਨਾਲ ਜਾਰੀ ਰਹੀਏ। ਮਿਹਨਤ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ। ਮਾਤਾ ਜੀ ਦੇ ਆਸ਼ੀਸ਼ ਦੇ ਵਚਨ ਅਨੁਸਾਰ ਜਦੋਂ ਅਸੀਂ ਸਿਓਨ ਵਿੱਚ ਪਰਮੇਸ਼ਵਰ ਦਾ ਆਦਰ ਕਰਦੇ ਹਾਂ ਅਤੇ ਸੇਵਾ ਕਰਦੇ ਹੋਏ ਖੁਸ਼ਖਬਰੀ ਦਾ ਕੰਮ ਕਰਦੇ ਹਾਂ, ਫਿਰ ਖੁਸ਼ਖਬਰੀ ਪਵਿੱਤਰ ਆਤਮਾ ਨਾਲ ਭਰ ਜਾਂਦੀ ਹੈ। ਆਸ਼ਾ ਵਿੱਚ ਆਨੰਦ ਅਤੇ ਬਿਪਤਾ ਵਿੱਚ ਧੀਰਜ ਧਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ, ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪ੍ਰੋਨਚਾਰੀ ਪੁੱਜ ਕੇ ਕਰੋ, ਆਪਣੇ ਦੁਖਦਾਈਆਂ ਨੂੰ ਅਸੀਸ ਦਿਓ, ਫਿਟਕਾਰੋ ਨਾ। ਆਨੰਦ ਕਰਨ ਵਾਲਿਆਂ ਦੇ ਨਾਲ ਆਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ। ਆਪੋ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਓ। ਜੇਕਰ ਅਸੀਂ ਦੂਸਰੇ ਤੋਂ ਪਹਿਲਾਂ ਸੱਚਾਈ ਨੂੰ ਸਮਝਿਆ ਹੈ ਅਤੇ ਪਰਮੇਸ਼ਵਰ ਦੇ ਪਿਆਰ ਨੂੰ ਮਹਿਸੂਸ ਕੀਤਾ ਹੈ
ਫਿਰ ਸਾਨੂੰ ਆਪਣੇ ਸਵਰਗੀ ਪਰਿਵਾਰ ਲਈ ਚੰਗੇ ਉਦਾਹਰਨਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ। ਸਾਨੂੰ ਪਰਮੇਸ਼ਵਰ ਦੇ ਪਿਆਰ ਨੂੰ ਉਹਨਾਂ ਮੈਂਬਰਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਸਾਡੇ ਤੋਂ ਬਾਅਦ ਬੁਲਾਇਆ ਗਿਆ ਹੈ। ਨਾਲ ਹੀ ਉਹਨਾਂ ਲੋਕਾਂ ਨਾਲ ਜੋ ਆਪਣੀ ਸੰਸਾਰਿਕ ਇੱਛਾਵਾਂ ਕਰਕੇ ਪਰਮੇਸ਼ਵਰ ਨੂੰ ਮਹਿਸੂਸ ਕਰਨ ਵਿੱਚ ਹੋਲੀ ਹਨ। ਆਓ ਅਸੀਂ ਵਚਨ 16 ਦੁਬਾਰਾ ਦੇਖੀਏ। ਆਪੋ ਵਿੱਚ ਇੱਕ ਮਨ ਹੋਵੋ, ਉੱਚੀਆਂ ਗੱਲਾਂ ਉੱਤੇ ਮਨ ਨਾ ਲਾਓ, ਪਰ ਨੀਵਿਆਂ ਨਾਲ ਮਿਲੇ ਰਹੋ। ਆਪਣੀ ਜਾਂਚ ਵਿੱਚ ਸਿਆਣੇ ਨਾ ਬਣ ਬੈਠੋ। ਬੁਰਾਈ ਦੇ ਵੱਟੇ ਕਿਸੇ ਨਾਲ ਬੁਰਾਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਉਹਨਾਂ ਦਾ ਧਿਆਨ ਰੱਖੋ। ਜੇ ਹੋ ਸਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। ਹੇ ਪਿਆਰਿਓ, ਆਪਣਾ ਬਦਲਾ ਨਾ ਲਓ, ਪਰ ਕ੍ਰੋਧ ਨੂੰ ਜਾਣ ਦਿਓ, ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੂ ਆਖਦਾ ਹੈ, ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਵਾਂਗਾ। ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹਨੂੰ ਖਵਾ, ਜੇ ਤਿਹਾਇਆ ਹੋਵੇ ਤਾਂ ਉਹਨੂੰ ਪਿਆ, ਕਿਉਂ ਜੋ ਇਹ ਕਰਕੇ ਤੂੰ ਉਹਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ। ਬੁਰਾਈ ਤੋਂ ਨਾ ਹਾਰ, ਸਗੋਂ ਭਲਾਈ ਨਾਲ ਬੁਰਾਈ ਨੂੰ ਜਿੱਤ ਲੈ। ਪਰਮੇਸ਼ਵਰ ਨੇ ਸਾਨੂੰ ਸਾਰਿਆਂ ਸਿਯੋਨ ਦੀਆਂ ਸੰਤਾਨਾਂ ਨੂੰ ਇਹਨਾਂ ਸਿੱਖਿਆਵਾਂ ਨੂੰ ਦਿੱਤਾ ਹੈ। ਆਓ ਅਸੀਂ ਇਹ ਕਦੀ ਨਾ ਭੁੱਲੀਏ ਕਿ ਇਹ ਪਰਮੇਸ਼ਵਰ ਦਾ ਆਦੇਸ਼ ਅਤੇ ਹੁਕਮ ਹੈ ਜਿਸ ਦਾ ਸਾਨੂੰ ਪਾਲਨ ਕਰਨਾ ਚਾਹੀਦਾ ਹੈ ਅਤੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਸਵਰਗ ਵਿੱਚ ਧਰਤੀ ਉੱਤੇ ਕੀਤੇ ਗਏ ਸਾਡੇ ਪਾਪਾਂ ਕਰਕੇ ਸਾਡੇ ਪਿਤਾ ਅਤੇ ਮਾਤਾ ਜੀ ਕੋਲ ਸਰੀਰ ਪਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਦੁਨੀਆ ਦੇ ਲੋਕਾਂ ਤੋਂ ਅਪਮਾਨ, ਜ਼ੁਲਮ ਅਤੇ ਰੁਕਾਵਟਾਂ ਦੇ ਲੰਘਣ ਦੇ ਬਾਵਜੂਦ ਪਰਮੇਸ਼ਵਰ ਨੂੰ ਸਾਨੂੰ ਬਚਾਉਣ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰਨਾ ਪਿਆ। ਹੁਣ ਜਿਵੇਂ ਕਿ ਤੁਸੀਂ ਇਹ ਤੁਰੀ ਵਜਾਉਣ ਦਾ ਪਰਬ ਮਨਾ ਰਹੇ ਹੋ, ਆਓ ਅਸੀਂ ਇਸ ਗੱਲ ਨੂੰ ਕਦੇ ਨਾ ਭੁੱਲੀਏ ਕਿ ਸਾਡੇ ਹੀ ਕਰਕੇ ਸਭ ਕੁਝ ਇਸ ਤਰ੍ਹਾਂ ਹੋਇਆ ਸੀ। ਇਸ ਲਈ ਜਦੋਂ ਵੀ ਅਸੀਂ ਅਸੰਤੁਸ਼ਟ ਅਤੇ ਨਾਰਾਜ਼ ਹੁੰਦੇ ਹਾਂ ਤਦ ਸਾਨੂੰ ਪਿੱਛੇ ਮੁੜ ਕੇ ਦੇਖਣਾ ਚਾਹੀਦਾ ਹੈ, ਮੈਂ ਪਰਮੇਸ਼ਵਰ ਨਾਲ ਕੀ ਕੀਤਾ ਸੀ। ਕੀ ਇਹ ਸਭ ਸਾਡੇ ਹੀ ਪਾਪਾਂ ਕਰਕੇ ਨਹੀਂ ਸੀ? ਜਦੋਂ ਅਸੀਂ ਇਹ ਸਵੀਕਾਰ ਕਰਨ ਵਿੱਚ ਸਮਰਥੀ ਹੁੰਦੇ ਹਾਂ ਕਿ ਇਹ ਸਭ ਮੇਰੇ ਪਾਪ ਕਰਕੇ ਹੈ, ਫਿਰ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਇਸ ਪਰਵ ਦੇ ਉਦੇਸ਼ ਅਨੁਸਾਰ ਸੱਚਮੁੱਚ ਪ੍ਰਾਇਸ਼ਚਿਤ ਕੀਤਾ ਹੈ। ਰੋਮੀਆਂ ਅਧਿਆਇ 13 ਵਚਨ 10। ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ। ਇਸ ਕਰਕੇ ਪਿਆਰ ਸ਼ਰ੍ਹਾ ਨੂੰ ਕੀ ਕਰਨਾ ਹੈ? ਸ਼ਰ੍ਹਾ ਦਾ ਪੂਰਾ ਕਰਨਾ ਹੈ। ਪਰਮੇਸ਼ਵਰ ਨੇ ਸਾਨੂੰ ਜਿਸ ਤਰ੍ਹਾਂ ਦਾ ਪਿਆਰ ਦਿੱਤਾ ਹੈ ਉਹ ਗੁਆਂਢੀ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਅਤੇ ਨਾ ਹੀ ਗੁਆਂਢੀ ਦੀ ਬੁਰਾਈ ਕਰਦਾ ਹੈ। ਨਵੇਂ ਨੇਮ ਦੀ ਵਿਵਸਥਾ ਦੇ ਜ਼ਰੀਏ ਜੋ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਉਹ ਨਵੇਂ ਨੇਮ ਦਾ ਸਾਰ ਪਿਆਰ ਹੈ। ਫਿਰ ਪਰਮੇਸ਼ਵਰ ਤੋਂ ਆਉਣ ਵਾਲੇ ਮਹਾਨ ਅਤੇ ਸ਼ਾਨਦਾਰ ਪਿਆਰ ਨਾਲ ਸਾਡੇ ਦਿਲਾਂ ਨੂੰ ਭਰਨ ਤੋਂ ਬਾਅਦ ਅਸੀਂ ਇਸ ਪਿਆਰ ਨੂੰ ਸਾਂਝਾ ਕਰ ਸਕਦੇ ਹਾਂ ਅਤੇ ਪੂਰੀ ਦੁਨੀਆ ਦੇ ਸਾਰੇ ਲੋਕਾਂ ਨੂੰ ਬਚਾ ਸਕਦੇ ਹਾਂ। ਪਰ ਜੇਕਰ ਅਸੀਂ ਸਿਰਫ ਉਹੀ ਕਰਦੇ ਹਾਂ ਜੋ ਸਾਨੂੰ ਪਸੰਦ ਹੈ, ਜੋ ਅਸੀਂ ਚਾਹੁੰਦੇ ਹਾਂ ਅਤੇ ਆਪਣੇ ਆਪ ਨੂੰ ਉਨਾ ਵੱਡਾ ਬਣਾਉਂਦੇ ਹਾਂ ਜਿੰਨਾ ਅਸੀਂ ਚਾਹੁੰਦੇ ਹਾਂ, ਅਸੀਂ ਇਸ ਦੁਨੀਆ ਵਿੱਚ ਮੁਕਤੀ ਦੇ ਕੰਮ ਨੂੰ ਪੂਰਾ ਕਰਨ ਵਿੱਚ ਸਮਰਥੀ ਨਹੀਂ ਹੋਵਾਂਗੇ। ਪਰਮੇਸ਼ਵਰ ਨੇ ਕਿਹਾ, ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰੋ। ਫਿਰ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਪੂਰੀ ਦੁਨੀਆ ਨੂੰ ਬਚਾਉਣਾ ਚਾਹੀਦਾ ਹੈ। ਜਦੋਂ ਮਸੀਹ ਧਰਤੀ ਉੱਤੇ ਆਏ ਤਦ ਉਹਨਾਂ ਨੇ ਜਿਸ ਤਰ੍ਹਾਂ ਮੁਕਤੀ ਦਾ ਕੰਮ ਕੀਤਾ ਸੀ ਉਸ ਉੱਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਮਸੀਹ ਪ੍ਰਾਇਸ਼ਚਿਤ ਦੀ ਮਹਾਨ ਬਲੀ ਬਣੇ ਅਤੇ ਸਾਡੇ ਪਾਪਾਂ ਕਰਕੇ ਖੁਦ ਨੂੰ ਬਲੀਦਾਨ ਕੀਤਾ। ਉਹਨਾਂ ਨੇ ਸਾਡੇ ਲਈ ਪਿਆਰ ਕਰਨ ਅਤੇ ਦੇਖਭਾਲ ਕਰਨ ਦਾ ਉਦਾਹਰਨ ਸਥਾਪਿਤ ਕੀਤਾ। ਸਾਨੂੰ ਵੀ ਆਪਣੇ ਸਿਯੋਨ ਦੇ ਪਰਿਵਾਰ ਦੇ ਮੈਂਬਰਾਂ ਨਾਲ ਅਜਿਹੇ ਸੋਹਣੇ ਪਿਆਰ ਨਾਲ ਪਿਆਰ ਕਰਨਾ ਚਾਹੀਦਾ ਹੈ, ਇਕਜੁੱਟ ਹੁੰਦੇ ਹੋਏ ਅਤੇ ਇੱਕ ਦੂਸਰੇ ਨਾਲ ਮੇਲ ਮਿਲਾਪ ਰੱਖਦੇ ਹੋਏ। ਆਓ ਅਸੀਂ ਸਿਯੋਨ ਵਿੱਚ ਆਪਣੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਸਵਰਗ ਦੇ ਸਦੀਪਕ ਰਾਜ ਵੱਲ ਲੈ ਜਾਈਏ। ਇੱਕ ਵਾਰ ਫਿਰ ਪਿਆਰ ਦਾ ਕੀ ਮਤਲਬ ਹੁੰਦਾ ਹੈ ਕਿ ਇਹ ਵਚਨ ਪਿਆਰ ਵਿਵਸਥਾ ਨੂੰ ਪੂਰਾ ਕਰਨਾ ਹੈ, ਇਸ ਦਾ ਨਿਚੋੜ ਨਹੀਂ ਹੈ। ਅੱਜ ਤੁਰੀ ਵਜਾਉਣ ਦੇ ਪਰਵ ਤੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਲਈ ਸਾਨੂੰ ਪ੍ਰਾਇਸ਼ਚਿਤ ਕਰਨ ਦੀ ਲੋੜ ਹੈ। ਸਾਡੇ ਪਿਤਾ ਅਤੇ ਮਾਤਾ ਜੀ ਨੇ ਸਾਨੂੰ ਛਡਾਉਣ ਲਈ ਇੱਕ ਪ੍ਰਾਇਸ਼ਚਿਤ ਦੀ ਬਲੀ ਦੇ ਰੂਪ ਵਿੱਚ ਆਪਣੇ ਆਪ ਨੂੰ ਬਲੀਦਾਨ ਕੀਤਾ। ਹਾਲਾਂਕਿ ਅਸੀਂ ਛੋਟੇ ਹਾਲਾਤਾਂ ਵਿੱਚ ਵੀ ਦੂਸਰਿਆਂ ਤੋਂ ਸੇਵਾ ਪਾਉਣਾ ਚਾਹੁੰਦੇ ਸੀ, ਉੱਚਾ ਬਣਨਾ ਚਾਹੁੰਦੇ ਹੋਏ। ਜਦੋਂ ਲੋਕ ਸਾਡੇ ਨਾਲ ਉਸ ਤਰ੍ਹਾਂ ਵਿਵਹਾਰ ਨਹੀਂ ਕਰਦੇ ਜਿਵੇਂ ਅਸੀਂ ਉਮੀਦ ਕੀਤੀ ਸੀ ਤਦ ਅਸੀਂ ਨਿਰਾਸ਼ ਹੋ ਜਾਂਦੇ ਅਤੇ ਭਰਮਾਏ ਜਾਂਦੇ ਸੀ, ਕਿਉਂਕਿ ਸਾਡੀ ਮਾਨਸਿਕਤਾ ਇਸ ਤਰ੍ਹਾਂ ਦੀ ਸੀ
ਕਦੀ ਕਦੀ ਅਸੀਂ ਇਸ ਧਰਤੀ ਉੱਤੇ ਰਹਿੰਦੇ ਹੋਏ ਪਰਮੇਸ਼ਵਰ ਦੇ ਪਿਆਰ ਨੂੰ ਅਮਲ ਕਰਨ ਦਾ ਮੌਕਾ ਗਵਾ ਦਿੱਤਾ ਸੀ। ਅੱਜ ਤੋਂ ਸਾਨੂੰ ਤੁਰੀ ਵਜਾਉਣ ਦੇ ਪਰਵ ਦੇ ਜ਼ਰੀਏ ਦਿੱਤੇ ਗਏ ਪ੍ਰਾਇਸ਼ਚਿਤ ਦੇ ਮਤਲਬ ਨੂੰ ਆਪਣੇ ਮਨ 'ਚ ਉਕਾਰਨਾ ਚਾਹੀਦਾ ਹੈ, ਜੋ ਮਸੀਹ ਦੇ ਮਾਨ ਪਿਆਰ ਨੂੰ ਅਮਲ ਕਰਨਾ ਹੈ। ਆਓ ਅਸੀਂ ਸਿਓਨ ਵਿੱਚ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਪਰਮੇਸ਼ਵਰ ਦੇ ਪਿਆਰ ਨੂੰ ਅਮਲ ਕਰਨ ਦਾ ਅਤੇ ਉਸ ਨੂੰ ਪਹੁੰਚਾਉਣ ਦਾ ਦ੍ਰਿੜ ਸੰਕਲਪ ਲਈਏ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 13 ਉੱਤੇ ਜਾਈਏ। ਪਹਿਲਾ ਕੁਰਿੰਥੀਓ ਅਧਿਆਇ 13 ਵਚਨ 1। ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠਨ-ਠਨ ਕਰਨ ਵਾਲਾ ਪਿੱਤਲ ਅਥਵਾ ਛਨ-ਛਨ ਕਰਨ ਵਾਲੇ ਛੈਣੇ ਬਣਿਆ। ਅਤੇ ਭਾਵੇਂ ਮੈਨੂੰ ਅਗਮਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾ, ਅਤੇ ਭਾਵੇਂ ਮੈਂ ਪੂਰੀ ਨੇਚਾ ਰੱਖਾਂ, ਅਜਿਹੀ ਪਈ ਪਹਾੜਾਂ ਨੂੰ ਹਟਾ ਦਿਆਂ, ਪਰ ਪ੍ਰੇਮ ਨਾ ਰੱਖਾਂ, ਮੈਂ ਕੁਝ ਵੀ ਨਹੀਂ। ਭਾਵੇਂ ਮੈਨੂੰ ਬਹੁਤ ਵਿਸ਼ਵਾਸ ਹੈ ਅਤੇ ਪਰਮੇਸ਼ਵਰ ਦੇ ਸਾਰੇ ਭੇਤ ਅਤੇ ਗਿਆਨ ਨੂੰ ਜਾਣਦਾ, ਕੀ ਹੋਵੇਗਾ ਜੇਕਰ ਮੇਰੇ ਕੋਲ ਪ੍ਰੇਮ ਨਾ ਹੋਵੇ? ਅਜਿਹਾ ਲਿਖਿਆ ਗਿਆ ਹੈ, ਜੇਕਰ ਮੇਰੇ ਕੋਲ ਪ੍ਰੇਮ ਨਾ ਹੋਵੇ ਤਦ ਮੈਂ ਕੁਝ ਵੀ ਨਹੀਂ। ਮੇਰਾ ਕੋਈ ਮਤਲਬ ਨਹੀਂ ਹੈ ਕਿ ਪਰਮੇਸ਼ਵਰ ਇਸ ਧਰਤੀ ਉੱਤੇ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਨੇ ਸਾਡੇ ਵਿੱਚੋਂ ਹਰੇਕ ਨੂੰ ਪ੍ਰੇਮ ਕੀਤਾ। ਜੇਕਰ ਪਰਮੇਸ਼ਵਰ ਵਿਵਸਥਾ ਅਨੁਸਾਰ ਸਭ ਕੁਝ ਨਿਆਂ ਕਰਦੇ ਹਨ, ਫਿਰ ਉਹਨਾਂ ਨੂੰ ਇਸ ਧਰਤੀ ਉੱਤੇ ਆਉਣ ਦੀ ਬਿਲਕੁਲ ਵੀ ਲੋੜ ਨਹੀਂ ਹੋਵੇਗੀ। ਫਿਰ ਸਲੀਬ ਉੱਤੇ ਪ੍ਰਾਇਸ਼ਚਿਤ ਦੇ ਬਲੀ ਦੇ ਰੂਪ ਵਿੱਚ ਉਹਨਾਂ ਦਾ ਕਿਉਂ ਬਲੀਦਾਨ ਹੋਇਆ? ਇਹ ਸਿਰਫ ਉਦੋਂ ਉਚਿਤ ਹੈ ਜਦੋਂ ਇੱਕ ਪਾਪੀ ਨੂੰ ਆਪਣੇ ਦੁਆਰਾ ਕੀਤੇ ਗਏ ਪਾਪ ਲਈ ਦੰਡ ਦਿੱਤਾ ਜਾਂਦਾ ਹੈ, ਪਰ ਕਿਉਂਕਿ ਸਾਡੇ ਪਾਪ ਲਈ ਪਰਮੇਸ਼ਵਰ ਨੂੰ ਸਲੀਬ ਉੱਤੇ ਬਲੀਦਾਨ ਕੀਤਾ ਗਿਆ ਸੀ, ਮਤੀ ਅਧਿਆਇ 20 ਵਿੱਚ ਅਜਿਹਾ ਲਿਖਿਆ ਹੈ ਕਿ ਉਹ ਪ੍ਰਾਇਸ਼ਚਿਤ ਦੀ ਬਲੀ ਬਣ ਗਏ। ਆਓ ਅਸੀਂ ਵਚਨ 3 ਦੇਖੀਏ। ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖੁਆਉਣ ਲਈ ਪੁੰਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਕੁਝ ਲਾਭ ਨਹੀਂ। ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਖੁੰਨਸ ਨਹੀਂ ਕਰਦਾ। ਪ੍ਰੇਮ ਫੁੱਲਦਾ ਨਹੀਂ। ਪ੍ਰੇਮ ਫੂ-ਫੂ ਨਹੀਂ ਕਰਦਾ। ਕੁਚੱਜਿਆ ਨਹੀਂ ਕਰਦਾ। ਆਪ ਸਵਾਰਥੀ ਨਹੀਂ। ਚਿੜਦਾ ਨਹੀਂ। ਬੁਰਾ ਨਹੀਂ ਮੰਨਦਾ। ਇਹ ਭਾਗ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਸਹੀ ਤਰ੍ਹਾਂ ਮਸੀਹ ਦੇ ਪਿਆਰ ਨੂੰ ਸਮਝਦੇ ਹਾਂ, ਫਿਰ ਅਸੀਂ ਕਦੀ ਵੀ ਉਹਨਾਂ ਦੇ ਸਲੀਬ ਦੇ ਬਲੀਦਾਨ ਨੂੰ ਤੁੱਛ ਨਹੀਂ ਮੰਨਦੇ ਅਤੇ ਸੱਚਾਈ ਵਿੱਚ ਅਸੀਂ ਪਵਿੱਤਰ ਆਤਮਾ ਨਾਲ ਭਰ ਕੇ ਕਦੀ ਵੀ ਬੁਰਾ ਨਹੀਂ ਮੰਨਦੇ। ਵਚਨ 6। ਉਹ ਕੁਧਰਮ ਤੋਂ ਆਨੰਦਿਤ ਨਹੀਂ ਹੁੰਦਾ, ਸਗੋਂ ਸੱਚਾਈ ਨਾਲ ਆਨੰਦ ਹੁੰਦਾ ਹੈ। ਸਭ ਕੁਝ ਚੱਲ ਲੈਂਦਾ, ਸਭਨਾਂ ਗੱਲਾਂ ਦੀ ਪ੍ਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ। ਪਰ ਭਾਵੇਂ ਅਗਮਵਾਕ ਹੋਣ, ਉਹ ਮੁੱਕ ਜਾਣਗੇ। ਜੇ ਭਵਿੱਖਬਾਣੀਆਂ ਪਹਿਲਾਂ ਹੀ ਪੂਰੀਆਂ ਹੋ ਗਈਆਂ ਹਨ ਤਾਂ ਉਹਨਾਂ ਨੂੰ ਹੁਣ ਮੌਜੂਦਗੀ ਦੀ ਜ਼ਰੂਰਤ ਨਹੀਂ ਹੈ। ਭਾਵੇਂ ਬੋਲੀਆਂ ਹੋਣ, ਉਹ ਜਾਂਦੀਆਂ ਰਹਿਣਗੀਆਂ। ਭਾਵੇਂ ਇਲਮ ਹੋਵੇ, ਉਹ ਮੁੱਕ ਜਾਵੇਗਾ। ਅਸੀਂ ਤਾਂ ਕੁਝ ਜਾਣਦੇ ਹਾਂ ਅਤੇ ਕੁਝ ਅਗਮਵਾਕ ਬੋਲਦੇ ਹਾਂ, ਪਰ ਜਦ ਸੰਪੂਰਨ ਆਵੇ ਤਦ ਅਧੂਰਾ ਮੁੱਕ ਜਾਵੇਗਾ। ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਗੂ ਬੋਲਦਾ, ਨਿਆਣੇ ਵਾਂਗੂ ਸਮਝਦਾ ਅਤੇ ਨਿਆਣੇ ਵਾਂਗੂ ਜਾਂਚਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ। ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ, ਪਰ ਉਸ ਵੇਲੇ ਰੂਬਰੂ ਵੇਖਾਂਗੇ। ਇਸ ਵੇਲੇ ਮੈਂ ਕੁਝ ਜਾਣਦਾ ਹਾਂ, ਪਰ ਉਸ ਵੇਲੇ ਉਹ ਜਿਹਾ ਜਾਣਾਂਗਾ ਜਿਹੋ ਜਿਹਾ ਮੈਂ ਵੀ ਜਾਣਿਆ ਗਿਆ। ਹੁਣ ਤਾਂ ਨਿਹਚਾ, ਆਸ਼ਾ, ਪ੍ਰੇਮ, ਇਹ ਤਿੰਨੋਂ ਰਹਿੰਦੇ ਹਨ, ਪਰ ਇਹਨਾਂ ਵਿੱਚੋਂ ਉੱਤਮ ਪ੍ਰੇਮ ਹੀ ਹੈ। ਸਾਰੇ ਲੋਕੋ, ਪਰਮੇਸ਼ਵਰ ਨੇ ਆਪਣੇ ਪਿਆਰ ਨਾਲ ਨਵੇਂ ਨੇਮ ਦੀ ਸਥਾਪਨਾ ਕੀਤੀ ਹੈ। ਇਹ ਵੀ ਸਪਸ਼ਟ ਰੂਪ ਨਾਲ ਮਤੀ ਅਧਿਆਇ 20 ਵਚਨ 28 ਵਿੱਚ ਦਰਜ ਕੀਤਾ ਗਿਆ ਹੈ ਕਿ ਪਰਮੇਸ਼ਵਰ ਇਸ ਧਰਤੀ ਉੱਤੇ ਸਾਡੇ ਕਰਕੇ ਪ੍ਰਾਇਸ਼ਚਿਤ ਦੀ ਬਲੀ ਬਣਨ ਲਈ ਆਏ ਸੀ, ਕਿਉਂਕਿ ਉਹ ਸਾਡੇ ਨਾਲ ਪਿਆਰ ਕਰਦੇ ਹਨ। ਮਸੀਹ ਦੇ ਰਾਹ ਦਾ ਪਾਲਨ ਕਰਦੇ ਹੋਏ ਸਾਨੂੰ ਵੀ ਸਿਓਨ ਵਿੱਚ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਵਿਸ਼ਵਾਸ ਦਾ ਇੱਕ ਉਦਾਹਰਨ ਸਥਾਪਿਤ ਕਰਨਾ ਚਾਹੀਦਾ ਹੈ। ਸਭ ਤੋਂ ਵੱਧ ਕੇ ਜੋ ਸਭ ਤੋਂ ਮਹੱਤਵਪੂਰਨ ਹੈ, ਉਹ ਹੈ ਭਰਾਵਾਂ ਅਤੇ ਭੈਣਾਂ ਵਿਚਕਾਰ ਏਕਤਾ ਅਤੇ ਮੇਲ ਮਿਲਾਪ ਰੱਖਣਾ। ਜਿਵੇਂ ਕਿ ਮਾਤਾ ਜੀ ਹਮੇਸ਼ਾ ਜ਼ੋਰ ਦਿੰਦੇ ਹਨ, ਏਕਤਾ ਅਤੇ ਮੇਲ ਮਿਲਾਪ ਦਾ ਦੂਸਰਾ ਨਾਮ ਹੈ ਪਿਆਰ। ਸਾਨੂੰ ਇਸ ਕੰਮ ਨੂੰ ਪਿਆਰ ਨਾਲ ਪੂਰਾ ਕਰਨਾ ਚਾਹੀਦਾ ਹੈ। ਪਹਿਲਾ ਕੁਰਿੰਥੀਓ ਅਧਿਆਇ 16 ਵਚਨ 13। ਜਾਗਦੇ ਰਹੋ, ਨੇਚਾ ਵਿੱਚ ਦ੍ਰਿੜ ਰਹੋ, ਪੁਰਖਾਰਤ ਕਰੋ, ਤਕੜੇ ਹੋ, ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਹੋਣ। ਆਓ ਅਸੀਂ ਪਹਿਲਾ ਯਹੂਨਾ ਅਧਿਆਇ 4 ਵਚਨ 11 ਉੱਤੇ ਜਾਈਏ। ਹੇ ਪਿਆਰਿਓ, ਜਦੋਂ ਪਰਮੇਸ਼ਵਰ ਨੇ ਸਾਡੇ ਨਾਲ ਇਸ ਪ੍ਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ।
ਜੇਕਰ ਅਸੀਂ ਉਹ ਨਹੀਂ ਕਰ ਸਕਦੇ ਜੋ ਸਾਨੂੰ ਕਰਨ ਦੀ ਲੋੜ ਹੈ, ਫਿਰ ਅਸੀਂ ਕਿਵੇਂ ਸੰਪੂਰਨ ਪ੍ਰਾਣੀ ਬਣ ਸਕਦੇ ਹਾਂ ਜਿਨ੍ਹਾਂ ਤੋਂ ਪਰਮੇਸ਼ਵਰ ਖੁਸ਼ ਹੁੰਦੇ ਹਨ? ਉਹਨਾਂ ਲੋਕਾਂ ਲਈ ਜੋ ਖੁਸ਼ਖਬਰੀ ਦਾ ਕੰਮ ਕਰਨ ਲਈ ਪਹਿਲਾਂ ਬੁਲਾਏ ਗਏ ਸੀ, ਸਿਰਫ ਜਦੋਂ ਉਹ ਖੁਦ ਨੂੰ ਬਲੀਦਾਨ ਕਰਦੇ ਹਨ ਅਤੇ ਦੂਸਰਿਆਂ ਦੀ ਸੇਵਾ ਕਰਦੇ ਹਨ, ਫਿਰ ਉਹਨਾਂ ਦਾ ਕੰਮ ਅਰਥਪੂਰਨ ਹੋ ਸਕਦਾ ਹੈ। ਉਹ ਇਸ ਲਈ ਉਸੇ ਹਾਲਾਤਾਂ ਵਿੱਚ ਹਨ ਤਾਂ ਜੋ ਉਹ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰ ਸਕਣ। ਫਿਰ ਕੀ ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਜਿਨ੍ਹਾਂ ਨੂੰ ਸਾਡੇ ਬਾਅਦ ਸੱਚਾਈ ਵਿੱਚ ਬੁਲਾਇਆ ਗਿਆ ਸੀ, ਇਸ ਤਰ੍ਹਾਂ ਦਾ ਸੋਹਣਾ ਵਿਸ਼ਵਾਸ ਅਤੇ ਦਿਆਲੂ ਮਾਨਸਿਕਤਾ ਨਹੀਂ ਦਿਖਾਉਣੀ ਚਾਹੀਦੀ? ਆਓ ਅਸੀਂ ਵਚਨ 12 ਨਾਲ ਇਸ ਦੀ ਪੁਸ਼ਟੀ ਕਰੀਏ। ਪਰਮੇਸ਼ਵਰ ਨੂੰ ਕਿਸੇ ਨੇ ਕਦੇ ਨਹੀਂ ਡਿੱਠਾ। ਜੇ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖਦੇ ਹਾਂ ਤਾਂ ਪਰਮੇਸ਼ਵਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ। ਉਹਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਜੋ ਕੀਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ। ਅਸਾਂ ਵੇਖਿਆ ਹੈ ਅਤੇ ਸਾਖੀ ਦਿੰਦੇ ਹਾਂ, ਜੋ ਪਿਤਾ ਨੇ ਪੁੱਤਰ ਨੂੰ ਕੱਲਿਆ, ਭਾਈ ਉਹ ਸੰਸਾਰ ਦਾ ਮੁਕਤੀ ਦਾਤਾ ਹੋਵੇ। ਜੋ ਕੋਈ ਮੰਨ ਲੈਂਦਾ ਹੈ ਭਾਈ ਯੀਸ਼ੂ ਪਰਮੇਸ਼ਵਰ ਦਾ ਪੁੱਤਰ ਹੈ, ਪਰਮੇਸ਼ਵਰ ਉਹਦੇ ਵਿੱਚ ਅਤੇ ਉਹ ਪਰਮੇਸ਼ਵਰ ਵਿੱਚ ਰਹਿੰਦਾ ਹੈ। ਅਤੇ ਅਸਾਂ ਪਰਮੇਸ਼ਵਰ ਦੇ ਉਸ ਪ੍ਰੇਮ ਨੂੰ ਜੋ ਸਾਡੇ ਨਾਲ ਰੱਖਦਾ ਹੈ ਜਾਣਿਆ ਅਤੇ ਉਹਦੀ ਪ੍ਰਤੀਤ ਕੀਤੀ ਹੈ। ਪਰਮੇਸ਼ਵਰ ਪ੍ਰੇਮ ਹੈ ਅਤੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਹੈ ਉਹ ਪਰਮੇਸ਼ਵਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ਵਰ ਉਸ ਵਿੱਚ ਰਹਿੰਦਾ ਹੈ। ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਭਾਈ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਤਿਵੇਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ। ਪਰਮੇਸ਼ਵਰ ਨੇ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ? ਪਰਮੇਸ਼ਵਰ ਨੇ ਆਪਣੀ ਸਾਰੀ ਵਡਿਆਈ ਨੂੰ ਪਿੱਛੇ ਛੱਡਦੇ ਹੋਏ ਆਪਣੇ ਆਪ ਨੂੰ ਬਲੀਦਾਨ ਕੀਤਾ ਅਤੇ ਆਪਣੇ ਜੀਵਨ ਦੇ ਹਰ ਪਲ ਨੂੰ ਸਾਡੇ ਲਈ ਗੁਜ਼ਾਰਿਆ ਹੈ ਨਾ? ਆਓ ਅਸੀਂ ਵਚਨ 18 ਦੇਖੀਏ। ਪ੍ਰੇਮ ਵਿੱਚ ਧੜਕਾ ਨਹੀਂ, ਸਗੋਂ ਪੂਰਾ ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ, ਕਿਉਂ ਜੋ ਧੜਕੇ ਵਿੱਚ ਸਜ਼ਾ ਹੈ ਅਤੇ ਉਹ ਹੈ ਜੋ ਧੜਕਦਾ ਹੈ, ਸੋ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ। ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹਨੇ ਸਾਡੇ ਨਾਲ ਪ੍ਰੇਮ ਕੀਤਾ। ਜੇ ਕੋਈ ਆਖੇ ਭਾਈ ਮੈਂ ਪਰਮੇਸ਼ਵਰ ਨਾਲ ਪ੍ਰੇਮ ਰੱਖਦਾ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ, ਉਹ ਪਰਮੇਸ਼ਵਰ ਨਾਲ ਜਿਸ ਨੂੰ ਉਹਨੇ ਨਹੀਂ ਵੇਖਿਆ ਪ੍ਰੇਮ ਰੱਖ ਨਹੀਂ ਸਕਦਾ। ਅਤੇ ਸਾਨੂੰ ਉਸ ਕੋਲੋਂ ਇਹ ਹੁਕਮ ਮਿਲਿਆ ਹੈ ਭਾਈ ਜਿਹੜਾ ਪਰਮੇਸ਼ਵਰ ਨਾਲ ਪ੍ਰੇਮ ਰੱਖਦਾ ਹੈ ਉਹ ਆਪਣੇ ਭਰਾ ਨਾਲ ਵੀ ਪ੍ਰੇਮ ਰੱਖੇ। ਜਦੋਂ ਅਸੀਂ ਅਜਿਹਾ ਕਰਾਂਗੇ ਤਦ ਮਨੁੱਖ ਜਾਤੀ ਦੀ ਮੁਕਤੀ ਪੂਰੀ ਹੋ ਜਾਵੇਗੀ ਅਤੇ ਅਸੀਂ ਸਭ ਪਰਮੇਸ਼ਵਰ ਦੇ ਸਰੂਪ ਬਣ ਜਾਵਾਂਗੇ ਜੋ ਪਿਆਰ ਹੈ। ਪ੍ਰਾਰਥਨਾ ਸਮੇਂ ਦੇ ਦੌਰਾਨ ਪ੍ਰਾਇਸ਼ਚਿਤ ਦੇ ਇਹਨਾਂ 10 ਦਿਨਾਂ ਦੇ ਜ਼ਰੀਏ ਮੈਨੂੰ ਆਸ ਹੈ ਕਿ ਸਿਓਨ ਦੀਆਂ ਸਾਰੀਆਂ ਸੰਤਾਨਾਂ ਇਹਨਾਂ ਸਭ ਤੇ ਡੂੰਘਾਈ ਨਾਲ ਵਿਚਾਰ ਕਰਨਗੀਆਂ ਅਤੇ ਪੂਰਨ ਪ੍ਰਾਇਸ਼ਚਿਤ ਕਰਨਗੀਆਂ। ਮੈਂ ਹਰ ਕਿਸੇ ਨਾਲ ਇੱਕ ਸੋਹਣੇ ਭਰਾ ਭੈਣ ਵਾਂਗ ਜੋ ਪਰਮੇਸ਼ਵਰ ਵਰਗੇ ਹਨ ਪਰਮੇਸ਼ਵਰ ਦੇ ਪਿਆਰ ਨੂੰ ਅਮਲ ਕਰਨ ਅਤੇ ਖੁਦ ਨੂੰ ਬਲੀਦਾਨ ਕਰਨ ਲਈ ਕਹਿੰਦਾ ਹਾਂ, ਜਿਸ ਕਰਕੇ ਅਸੀਂ ਸਾਰੀ ਮਨੁੱਖ ਜਾਤੀ ਦੀ ਮੁਕਤੀ ਵਿੱਚ ਅਗਵਾਈ ਕਰ ਸਕਦੇ ਹਾਂ। ਆਸ ਕਰਦੇ ਹੋਏ ਕਿ ਤੁਹਾਨੂੰ ਬਹੁਤ ਜ਼ਿਆਦਾ ਕਿਰਪਾ ਪ੍ਰਾਪਤ ਹੋਵੇਗੀ, ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।